हाँ जी, सब तो पहला स्वागत है ਤੁਹਾਡਾ ਲਰਨ ਵਿਦ ਦੀਪ ਚੈਨਲ ਵਿੱਚ। ਅਸੀਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਕਲਾਸ 6 ਦਾ 8th ਚੈਪਟਰ ਬੋਡੀ ਮੂਵਮੈਂਟ ਸਟਾਰਟ ਕੀਤਾ ਸੀਗਾ, ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਹਿਊਮਨ ਬੋਡੀ ਦੇ ਬਾਰੇ ਪੜ੍ਹਿਆ ਸੀ। ਜਿਹੜੀ ਹਿਊਮਨ ਬੋਡੀ ਹੈਗੀ ਉਹਦੇ ਵਿੱਚ ਮੂਵਮੈਂਟ ਕਿਵੇਂ ਹੁੰਦੀ ਹੈਗੀ। ਅੱਜ ਅਸੀਂ ਹੋਰ ਜਿਹੜੀ ਐਨੀਮਲਸ ਨੇ, ਬਾਕੀ ਐਨੀਮਲਸ ਨੇ, ਉਹ ਕਿਵੇਂ ਮੂਵ ਕਰਦੇ ਨੇ ਉਹਨਾਂ ਬਾਰੇ ਪੜ੍ਹਨਾ ਗਾ। सब तो पहला ਜਿਹੜੇ स्टूडेंट्स फस्ट टाइम चैनल पर विजिट कर रहे हैं उन्होंने रिक्वेस्ट आ प्लीज़ चैनल ਨੂੰ जरूर सबसक्राइब करना जी, तो वीडियो ਨੂੰ ਵੱਧ ਤੋਂ ਵੱਧ अपने फ्रेंड्स के नाल शेयर करना। चलो जी स्टार्ट कर देंगे। गेट ऑफ एनीमल्स। गेट की होंगी कि चाल, एनीमल्स की चाल बारे आप पढ़ना गा। सब तो पहला आप गल करते हैं अर्थवॉर्म की, गंडोआ। एक्टिविटी 5 हैगी ऑब्जर्व एन अर्थवॉर्म मूविंग ऑन सॉइल इन आ गार्डन। कहते बगीचे दे विच देखो अर्थवॉर्म नूं देखो जिहड़ा मूव कर रहा है मिट्टी के उत्ते। जेंटली लिफ्ट इट एंड प्लेस इट ऑन अ पीस ऑफ ब्लॉटिंग और फिल्टर पेपर। कहते फिर उस गंडोए नूं चुक के किसी फिल्टर पेपर ते उहनूं रख लो। ऑब्जर्व इट मूवमेंट्स। ਹੁਣ ਉਹਦੀ ਮੂਵਮੈਂਟ ਦੇਖੋ ਵੀ ਜਿਹੜਾ ਸੋਇਲ 'ਤੇ ਮੂਵ ਕਰ ਰਿਹਾ ਸੀਗਾ, ਮਿੱਟੀ 'ਤੇ, ਉਦੋਂ ਕਿਵੇਂ ਮੂਵ ਕਰ ਰਿਹਾ ਸੀਗਾ। ਜਦੋਂ ਹੁਣ ਉਹ ਜਿਹੜਾ ਫਿਲਟਰ ਪੇਪਰ ਅਸੀਂ ਰੱਖਿਆ ਹੁਣ ਕਿੱਦਾਂ ਮੂਵ ਕਰ ਰਿਹਾ ਹੈਗਾ। ਦੈਨ ਪਲੇਸ ਇਟ ਔਨ ਅ ਸਮੂਥ ਗਲਾਸ ਪਲੇਟ ਔਰ ਐਨੀ ਸਲਿਪਰੀ ਸਰਫੇਸ। ਕਹਿੰਦੇ ਫਿਰ ਉਹਨੂੰ ਜੇ ਕਿਸੇ ਜਾਂ ਤਾਂ ਸਮੂਥ ਗਲਾਸ 'ਤੇ, ਕੱਚ ਦੀ ਪਲੇਟ 'ਤੇ ਰੱਖੋ, ਜਾਂ ਫਿਰ ਕਿਸੇ ਸਲਿਪਰੀ ਜਿਹੜੀ ਚੀਕਨੀ ਸਰਫੇਸ ਹੋਵੇ ਉਹ 'ਤੇ ਰੱਖੋ। ऑब्जर्व इट मूवमेंट्स 9 होने की फिर मूवमेंट देखो सॉइल ते मूवमेंट देखिए किद्दां मूव कर रहा सीगा। फिर जिहड़ा फिल्टर पेपर सी उते देखो किवें मूव कर रहा हैगा। उस तो बाद जिहड़ी चीकनी सरफेस हैगी उते देखो किवें मूव कर रहा हैगा। इज इट डिफरेंट फ्रॉम दैट ऑन पेपर। कहंदे हुण जिहड़ी ये डिफरेंट आ भी जिवें पेपर ते मूव कर रहा सी उहदे नालों वो सॉइल ते जां चीकनी सरफेस सीगी उहदे ते किवें मूव डिफरेंट मूव कर रहा हैगा। Do you find that the earthworm is able to move easily on a hard slippery surface। ਕਹਿੰਦੇ ਕਿ ਤੁਸੀਂ ਇਹਨੂੰ ਤੁਹਾਨੂੰ ਮਤਲਬ ਇਹ ਚੀਜ਼ ਪਤਾ ਲੱਗ ਗਈ ਵੀ ਜਿਹੜਾ ਅਰਥਵਰਮ ਹੈਗਾ ਇਹ ਈਜ਼ੀਲੀ ਕਿੱਥੇ ਮੂਵ ਕਰ ਸਕਦਾ, ਜਿਹੜੀ ਸਰਫੇਸ ਕੀ ਹੋਵੇ ਹਾਰਡ ਹੋਵੇ ਤੇ ਸਲਿੱਪਰੀ ਹੋਵੇ। ਕਾਫੀ ਹਾਰਡ ਤੇ ਜਿਹੜੀ ਚੀਕਨੀ ਸਰਫੇਸ ਹੋਵੇ ਉਹ 'ਤੇ ਉਹ ਈਜ਼ੀਲੀ ਮੂਵ ਕਰ ਸਕਦਾ ਹੈ ਐਜ਼ ਕੰਪੇਅਰ ਟੂ ਪੇਪਰ। The body of an earthworm is made up of many rings joined end to end। ਹੁਣ ਜਿਹੜੀ ਅਰਥਵਰਮ ਦੀ ਬੋਡੀ ਹੁੰਦੀ ਉਹ ਕਿਵੇਂ ਬਣੀ ਹੁੰਦੀ ਹੈ, ਉਹ ਕਾਫੀ ਸਾਰੀਆਂ ਰਿੰਗਸ ਤੋਂ ਬਣੀ ਹੁੰਦੀ ਹੈ। ਜਿਹੜੀ ਰਿੰਗਸ ਹੁੰਦੀਆਂ ਨੇਗੀਆਂ ਉਹ ਇੱਕ ਦੂਸਰੇ ਨਾਲ ਜੁੜੀਆਂ ਹੁੰਦੀਆਂ ਨੇਗੀਆਂ, ਉਹਨਾਂ ਦੀ ਜਿਹੜੀ ਬੋਡੀ ਹੈਗੀ ਬਣੀ ਹੁੰਦੀ ਹੈ ਅਰਥਵਰਮ ਦੀ। ਐਨ ਅਰਥਵਰਮ ਡਜ਼ ਨਾਟ ਹੈਵ ਬੋਨਸ। ਅਰਥਵਰਮ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ ਹੈਗੀਆਂ। ਇਟ ਹੈਜ਼ ਮਸਲਸ ਵਿਚ ਹੈਲਪ ਟੂ ਐਕਸਟੈਂਡ ਐਂਡ ਸ਼ਾਰਟਨ ਦ ਬੋਡੀ। ਇਹਦੇ 'ਚ ਮਸਲਸ ਹੁੰਦੀਆਂ, ਅਸੀਂ ਮਸਲਸ ਪੜ੍ਹੀਆਂ ਸੀਗੀਆਂ ਆਪਣੀ ਹਿਊਮਨ ਬੋਡੀ ਵਿੱਚ ਵੀ ਮਸਲਸ ਹੁੰਦੀਆਂ ਨੇਗੀਆਂ ਜਿਨ੍ਹਾਂ ਕਰਕੇ ਜਿਹੜੇ ਬੋਨਸ ਨੇਗੀਆਂ ਮੂਵ ਕਰਦੀਆਂ ਨੇਗੀਆਂ। ਉਸ ਤਰ੍ਹਾਂ ਨਾ ਅਰਥਵਰਮ ਹੁੰਦਾ ਉਹਦੇ 'ਚ ਬੋਨਸ ਹੁੰਦੀਆਂ ਨੇਗੀਆਂ ਬਟ ਉਹਦੇ ਵਿੱਚ ਕੀ ਹੁੰਦੀਆਂ ਨੇਗੀਆਂ ਮਸਲਸ ਹੁੰਦੀਆਂ ਨੇਗੀਆਂ ਜਿਨ੍ਹਾਂ ਕਰਕੇ ਜਿਹੜੀ ਸਾਡੀ ਬੋਡੀ ਹੈਗੀ ਉਹ ਮੂਵ ਕਰ, ਜਿਹੜੀ ਅਰਥਵਰਮ ਹੈਗਾ ਉਹਦੀ ਬੋਡੀ ਕੀ ਕਰਦੀ ਹੈ ਮੂਵ ਕਰਦੀ ਹੈਗੀ, ਜਾਂ ਉਹਦੀ ਜਿਹੜੀ ਬੋਡੀ ਕਈ ਵਾਰ ਐਕਸਟੈਂਡ ਹੋ ਜਾਂਦੀ ਹੈ, ਵੱਧ ਜਾਂਦੀ ਹੈ, ਕਈ ਵਾਰ ਘੱਟ ਜਾਂਦੀ ਹੈ। ਉਹ ਕਦੇ ਕਰਕੇ ਨਾ ਮਸਲਸ ਕਰਕੇ ਹੁੰਦਾ ਗਾ। ਡਿਊਰਿੰਗ ਮੂਵਮੈਂਟ ਦ ਅਰਥਵਰਮ ਫਸਟ ਐਕਸਟੈਂਡਸ ਦ ਫਰੰਟ ਪਾਰਟ ਆਫ ਦ ਬੋਡੀ ਕੀਪਿੰਗ ਦ ਰੀਅਰ ਪੋਰਸ਼ਨ ਫਿਕਸਡ ਟੂ ਦ ਗਰਾਊਂਡ। ਕਹਿੰਦੇ ਜਦੋਂ ਅਰਥਵਰਮ ਮੂਵ ਕਰਦਾ ਗਾ ਉਹ ਕਿਵੇਂ ਮੂਵ ਕਰਦਾ, ਸਭ ਤੋਂ ਪਹਿਲਾਂ ਜਿਹੜਾ ਉਹਦਾ ਅਗਲਾ ਹਿੱਸਾ ਹੁੰਦਾ ਗਾ, ਫਸਟ ਪਾਰਟ ਹੁੰਦਾ ਗਾ ਬੋਡੀ ਦਾ, ਉਹਨੂੰ ਐਕਸਟੈਂਡ ਕਰਦਾ, ਉਹਨੂੰ ਵਧਾਉਂਦਾ ਗਾ ਅੱਗੇ ਵੱਲ। ਜਿਹੜਾ ਪਿਛਲਾ ਹਿੱਸਾ ਹੁੰਦਾ ਉਹਨੂੰ ਮਿੱਟੀ ਨਾਲ ਹੀ ਜਕੜੇ ਰਹਿਣ ਦਿੰਦਾ ਗਾ। ਜਿਹੜਾ ਅਗਲਾ ਹਿੱਸਾ ਹੁੰਦਾ ਉਹਨੂੰ ਵਧਾ ਕੇ ਅੱਗੇ ਲੈ ਜਾਂਦਾ ਗਾ। ਦੈਨ ਇਟ ਫਿਕਸ ਦ ਫਰੰਟ ਐਂਡ ਐਂਡ ਰਿਲੀਜ਼ ਦ ਰੀਅਰ ਐਂਡ। ਫਿਰ ਕੀ ਕਰਦਾ ਗਾ ਜਿਹੜਾ ਉਹ ਅਗਲਾ ਹਿੱਸਾ ਸੀ ਉਹਨੂੰ ਫਿਕਸ ਕਰ ਲੈਂਦਾ, ਜਿਹੜਾ ਪਿਛਲਾ ਹਿੱਸਾ ਸੀਗਾ ਉਹਨੂੰ ਕੀ ਕਰਦਾ ਗਾ ਉਹਨੂੰ ਸੁੰਗੜ ਕੇ ਥੋੜ੍ਹਾ ਕੀ ਕਰਦਾ ਗਾ ਅੱਗੇ ਵੱਲ ਖਿੱਚਦਾ ਗਾ, ਅੱਗੇ ਕਰਦਾ ਗਾ। It then shortens the body and pulls the rear end forward। ਤੇ ਜਿਹੜਾ rear end ਜਿਹੜਾ ਪਿਛਲਾ ਐਂਡ ਸੀ ਉਹਨੂੰ ਅੱਗੇ ਵੱਲ ਖਿੱਚਦਾ ਗਾ। This makes it move forward by small distance। ਇਹਦੇ ਨਾਲ ਕੀ ਕਰਦਾ ਉਹ small distance ਕੀ ਕਰ ਲੈਂਦਾ ਮੂਵ ਕਰ ਲੈਂਦਾ। ਸਭ ਤੋਂ ਪਹਿਲਾਂ ਉਹਨੇ ਅਗਲੇ ਹਿੱਸੇ ਨੂੰ ਅੱਗੇ ਲੈ ਕੇ ਗਿਆ, ਪਿਛਲਾ ਹਿੱਸਾ ਜਕੜਿਆ ਰਿਹਾ ਮਿੱਟੀ 'ਚ, ਫਿਰ ਉਹਨੇ ਅਗਲੇ ਹਿੱਸੇ ਨੂੰ ਫਿਕਸ ਕਰ ਕੇ ਪਿਛਲੇ ਹਿੱਸੇ ਨੂੰ ਅੱਗੇ ਵੱਲ ਖਿੱਚਿਆ। Repeating such muscle muscle expansion and this is called and contraction the earthworm can move through soil। ਇਸ ਤਰ੍ਹਾਂ ਦੇ ਨਾ ਮਸਲ ਦੀ ਐਕਸਟੈਂਸ਼ਨ ਸੀ ਤੇ ਕੰਟਰੈਕਸ਼ਨ ਸੀ ਉਹਦੇ ਨਾਲ ਜਿਹੜਾ ਅਰਥਵਰਮ ਹੈਗਾ ਉਹ ਮੂਵ ਕਰਦਾ ਗਾ।
द बॉडी सीक्रेट्स अ स्लिमी सबसटेंस टू हैल्प द मूवमेंट। ਜਿਹੜੀ ਅਰਥਵਰਮ ਦੀ ਬੋਡੀ ਹੁੰਦੀ ਹੈਗੀ ਉਹ ਜਿਹੜਾ ਮਤਲਬ ਚਿਕਨਾ ਸਲਿਮੀ ਕਿਉਂ ਚਿਕਨਾ ਜਿਹੜਾ ਸਬਸਟੈਂਸ ਆ ਉਹ ਰਿਲੀਜ਼ ਕਰਦੇ ਨੇ ਜਿਹਦੇ ਕਰਕੇ ਜਿਹੜਾ ਅਰਥਵਰਮ ਹੈਗਾ ਉਹ ਮੂਵ ਕਰਦਾ ਰਹਿੰਦਾ। ਹਾਊ ਡਜ਼ ਇਟ ਫਿਕਸ ਪਾਰਟ ਆਫ ਇਟਸ ਬੋਡੀ ਟੂ ਦ ਗਰਾਊਂਡ। ਹੁਣ ਇਹ ਹੈ ਵੀ ਜਿਹੜਾ ਆਪਾਂ ਕਿਹਾ ਵੀ ਇੱਕ ਪਾਰਟ ਨੂੰ ਫਿਕਸ ਕਰ ਲੈਂਦਾ ਬੋਡੀ ਦੇ ਨੂੰ ਤੇ ਉਹ ਫਿਕਸ ਕਿਵੇਂ ਕਰਦਾ ਗਾ ਮਿੱਟੀ ਨਾਲ ਕਿਵੇਂ ਫਿਕਸ ਕਰ ਲੈਂਦਾ ਕਿਵੇਂ ਜਕੜ ਲੈਂਦਾ ਗਾ। ਅੰਡਰ ਇਟਸ ਬੋਡੀ ਇਟ ਹੈਜ਼ ਅ ਲਾਰਜ ਨੰਬਰ ਆਫ ਟਾਈਨੀ ਬ੍ਰਿਸਟਲਸ ਪ੍ਰੋਜੈਕਟਿੰਗ ਆਊਟ। ਕਿਵੇਂ ਫਿਕਸ ਕਰਦਾ ਹੈ ਜਿਹੜੀ ਉਹਦੀ ਬੋਡੀ ਹੁੰਦੀ ਗੀ ਉਹਦੀ ਬੋਡੀ ਦੇ ਨੀਚੇ ਕੀ ਹੁੰਦੇ ਨੇ ਨੰਬਰ ਆਫ ਛੋਟੇ ਛੋਟੇ ਬ੍ਰਿਸਟਲਸ ਹੁੰਦੇ ਨੇ। ਬ੍ਰਿਸਟਲ ਕੀ ਹੁੰਦੇ ਨੇ ਲੂ ਹੁੰਦੇ ਨੇ ਗੀ ਛੋਟੇ ਛੋਟੇ ਹੇਅਰ ਲਾਈਕ ਲੂ ਹੁੰਦੇ ਨੇ ਗੀ ਉਹਦੀ ਜਿਹੜਾ ਅਰਥਵਰਮ ਹੁੰਦਾ ਉਹਦੀ ਬੋਡੀ ਦੇ ਨੀਚੇ ਉਹ ਕੀ ਕਰਦੇ ਨੇ ਉਹਨਾਂ ਨੂੰ ਮਿੱਟੀ ਦੇ ਵਿੱਚ ਜਕੜ ਲੈਂਦਾ ਗਾ। ਦ ਬ੍ਰਿਸਟਲਸ ਆਰ ਕਨੈਕਟਡ ਵਿਦ ਮਸਲ ਜਿਹੜੇ ਬ੍ਰਿਸਟਲਸ ਹੁੰਦੇ ਨੇ ਉਹ ਮਸਲਸ ਦੇ ਨਾਲ ਕੰਟੈਕਟ ਹੁੰਦੇ ਨੇਗੇ। ਦ ਬ੍ਰਿਸਟਲਸ ਹੈਲਪ ਟੂ ਗੈਟ ਅ ਗੁੱਡ ਗ੍ਰਿਪ ਔਨ ਦ ਗਰਾਊਂਡ। ਜਿਹੜੇ ਬ੍ਰਿਸਟਲਸ ਹੁੰਦੇ ਨੇ ਲੂ ਹੁੰਦੇ ਨੇ ਉਹਨਾਂ ਦੀ ਮਦਦ ਨੂੰ ਪਕੜ ਬਣਾ ਲੈਂਦਾ ਗਾ ਗਰਾਊਂਡ ਦੇ ਵਿੱਚ ਜਿਹੜਾ ਅਰਥਵਰਮ ਹੁੰਦਾ ਗਾ। ਦ ਅਰਥਵਰਮ ਐਕਚੁਅਲੀ ਈਟਸ ਇਟਸ ਵੇ ਥਰੂ ਦ ਸੋਇਲ ਇਟਸ ਬੋਡੀ ਦੈਨ ਥਰੋਸ ਅਵੇ ਦ ਅਨਡਾਈਜੈਸਟਡ ਪਾਰਟ ਆਫ ਦ ਮਟੀਰੀਅਲ ਦੈਟ ਇਟਸ ਈਟ। ਜਿਹੜਾ ਅਰਥਵਰਮ ਹੁੰਦਾ ਗਾ ਜਿਹੜਾ ਖਾਂਦਾ ਗਾ ਉਹ ਆਪਣੀ ਇਸੇ ਜਿਹੜੀ ਹੋਏਗੀ ਮਿੱਟੀ 'ਚੋਂ ਜਿਹੜਾ ਖਾਂਦਾ ਗਾ ਤੇ ਉਹ ਕੀ ਕਰਦਾ ਗਾ ਜਿਹੜੀ ਉਹਦਾ ਜਿਹੜਾ ਡਾਈਜੈਸਟ ਨਹੀਂ ਹੁੰਦਾ ਅਨਡਾਈਜੈਸਟਡ ਹੁੰਦਾ ਜਿਹੜੀ ਬੋਡੀ ਨੂੰ ਬਾਹਰ ਕੱਢ ਦਿੰਦੀ ਹੈਗੀ ਉਹਨੂੰ ਅਨਡਾਈਜੈਸਟਡ ਪਾਰਟ ਨੂੰ। ਦਿਸ ਐਕਟੀਵਿਟੀ ਆਫ ਐਨ ਅਰਥਵਰਮ ਮੇਕਸ ਦ ਸੋਇਲ ਮੋਰ ਯੂਜ਼ਫੁਲ ਫਾਰ ਪਲਾਂਟਸ। ਉਹ ਜਿਹੜਾ ਆਪਣਾ ਅਨਡਾਈਜੈਸਟਡ ਪਾਰਟ ਹੁੰਦਾ ਉਹਨੂੰ ਬਾਹਰ ਕੱਢਦਾ ਗਾ ਇਹਦੇ ਕਰਕੇ ਕੀ ਜਿਹੜੀ ਮਿੱਟੀ ਹੁੰਦੀ ਸਾਡੀ ਉਹ ਕੀ ਬਣ ਜਾਂਦੀ ਗੀ ਫਰਟਾਈਲ ਬਣਦੀ ਆ ਉਪਜਾਊ ਬਣਦੀ ਗੀ ਇਸ ਲਈ ਇਹਨੂੰ ਖੇਤਾਂ ਵਿੱਚ ਯੂਜ਼ ਕੀਤਾ ਜਾਂਦਾ ਗਾ ਵੀ ਤਾਂ ਕਿ ਜਿਹੜੀ ਉੱਥੇ ਜਿਹੜੀ ਫਸਲ ਹੈਗੀ ਵਧੀਆ ਹੋਵੇ ਜਿਹੜੇ ਅਰਥਵਰਮ ਆਗੇ ਉਹ ਉਹਨੂੰ ਲੈਂਡ ਨੂੰ ਫਰਟਾਈਲ ਬਣਾ ਦੇਣ ਮਿੱਟੀ ਨੂੰ ਫਰਟਾਈਲ ਬਣਾ ਦੇਣ। ਉਸ ਤੋਂ ਦੂਸਰਾ ਐਨੀਮਲ ਹੈਗਾ ਸਨੇਲ। ਸਨੇਲ ਕੀ ਹੁੰਦਾ ਗਾ ਘੋਗਾ। ਆ ਜਿਵੇਂ ਪਿਕ ਦਿਖਾਏਗੀ ਇਹ ਕਿਹੜਾ ਐਨੀਮਲ ਹੈਗਾ ਸਨੇਲ। ਵੀ ਹੁਣ ਇਹ ਕਿਵੇਂ ਮੂਵ ਕਰਦਾ ਸੀ ਅਰਥਵਰਮ ਬਾਰੇ ਦੇਖਿਆ ਵੀ ਉਹ ਕਿਵੇਂ ਮੂਵ ਕਰਦਾ ਹੁਣ ਅਸੀਂ ਦੇਖਣਾ ਵੀ ਸਨੇਲ ਕਿਵੇਂ ਮੂਵ ਕਰਦੀ ਹੈਗੀ। ਐਕਟੀਵਿਟੀ 6 ਕੋਲੈਕਟ ਅ ਸਨੇਲ ਫਰੋਮ ਅ ਗਾਰਡਨ। ਕਹਿੰਦੇ ਕਿਸੇ ਬਗੀਚੇ ਚੋਂ ਸਨੇਲ ਲਓ। ਹੈਵ ਸੀਨ ਦ ਰਾਊਂਡਡ ਸਟਰਕਚਰ ਇਟ ਕੈਰੀਜ਼ ਔਨ ਇਟਸ ਬੈਕ। ਇਹ ਤੁਸੀਂ ਜਿਹੜੀ ਸਨੇਲ ਹੁੰਦੀ ਹੈ ਉਹਦੇ 'ਤੇ ਜਿਹੜੀ ਆ ਉੱਪਰ ਫਿਗਰ 'ਚ ਦਿਖਾਈ ਗਈ ਸਟਰਕਚਰ ਇਹ ਵਾਲੀ ਸਟਰਕਚਰ ਦੇਖੀਏ ਸ਼ੈੱਲ ਹੁੰਦਾ ਗਾ ਜਿਹੜਾ ਰਾਉਂਡਡ ਹੁੰਦਾ ਸਟਰਕਚਰ ਹੁੰਦੀ ਹੈਗੀ ਕਹਿੰਦੇ ਉਹਨੇ ਉਹ ਲੈ ਕੇ ਆਪਣੀ ਬੈਕ 'ਤੇ ਚੱਲ ਰਹੀ ਹੁੰਦੀ ਹੈਗੀ ਦੇਖੀਏ ਕਹਿੰਦੇ ਦਿਸ ਇਜ਼ ਕਾਲਡ ਦ ਸ਼ੈੱਲ ਐਂਡ ਇਟ ਇਜ਼ ਦ ਆਊਟਰ ਸਕੈਲਟਨ ਆਫ ਦ ਸਨੇਲ ਬਟ ਇਜ਼ ਨਾਟ ਮੇਡ ਆਫ ਬੋਨਸ। ਜਿਹੜਾ ਇਹ ਉੱਪਰ ਸਟਰਕਚਰ ਹੈਗੀ ਇਹਨੂੰ ਸ਼ੈੱਲ ਕਹਿੰਦੇ ਨੇਗੇ ਤੇ ਇਹ ਆਊਟਰ ਸਕੈਲਟਨ ਹੁੰਦਾ ਗਾ ਸਨੇਲ ਦਾ। ਜਿਵੇਂ ਸਾਡੀ ਬੋਡੀ ਦੇ ਵਿੱਚ ਜਿਹੜਾ ਸਕੈਲਟਨ ਸੀਗਾ ਉਹ ਇਨਰ ਹੁੰਦਾ ਆਪਣੀ ਬੋਡੀ ਦੇ ਅੰਦਰ ਹੁੰਦਾ ਸਕੈਲਟਨ ਉਸ ਤਰ੍ਹਾਂ ਜਿਹੜੀ ਆਪਣੀ ਸਨੇਲ ਹੁੰਦੀ ਹੈਗੀ ਇਹਦੇ ਜਿਹੜਾ ਸਕੈਲਟਨ ਹੈਗਾ ਉਹ ਆਊਟਰ ਹੁੰਦਾ ਬਾਹਰ ਹੁੰਦਾ ਗਾ ਪਰ ਇਹ ਬੋਨਸ ਤੋਂ ਨਹੀਂ ਬਣਿਆ ਹੁੰਦਾ ਗਾ। ਦ ਸੈਲ ਇਜ਼ ਸਿੰਗਲ ਯੂਨਿਟ ਐਂਡ ਡਜ਼ ਨਾਟ ਹੈਲਪ ਇਨ ਮੂਵਿੰਗ ਫਰੋਮ ਪਲੇਸ ਟੂ ਪਲੇਸ। ਜਿਹੜਾ ਸੈੱਲ ਹੁੰਦਾ ਇੱਕ ਹੀ ਯੂਨਿਟ ਤੋਂ ਬਣਿਆ ਹੁੰਦਾ ਗਾ ਤੇ ਇਹ ਮੂਵ ਕਰਨ ਦੇ ਵਿੱਚ ਹੈਲਪ ਨਹੀਂ ਕਰਦਾ ਗਾ ਸਨੇਲ ਦੀ। ਇਟ ਹੈਜ਼ ਟੂ ਬੀ ਡਿਗਰੇਡਡ ਅਲੋਂਗ ਤੇ ਇਹ ਕੀ ਕਰਦਾ ਗਾ ਉਹਨੂੰ ਖਿੱਚਣ 'ਚ ਹੈਲਪ ਕਰਦਾ ਗਾ ਨਾਲ ਆਪਣੇ ਵੱਲ ਖਿੱਚ ਲੈਂਦਾ ਗਾ। ਪਲੇਸ ਦ ਸਨੇਲ ਔਨ ਅ ਗਲਾਸ ਪਲੇਟ ਐਂਡ ਵਾਚ ਇਟ। ਕਹਿੰਦੇ ਕੱਚ ਦੀ ਇੱਕ ਪਲੇਟ ਲਓ ਉਹਦੇ ਸਨੇਲ ਨੂੰ ਰੱਖ ਲਓ ਤੇ ਦੇਖੋ ਕੀ ਕਰਦੀ ਹੈਗੀ ਕਿਵੇਂ ਮੂਵ ਕਰਦੀ ਹੈਗੀ। ਵੈਨ ਇਟ ਸਟਾਰਟਸ ਮੂਵਿੰਗ ਜਦੋਂ ਉਹਨੇ ਮੂਵ ਕਰਨਾ ਸ਼ੁਰੂ ਕੀਤਾ ਕੇਅਰਫੁਲੀ ਲਿਫਟ ਦ ਗਲਾਸ ਪਲੇਟ ਅਲੋਂਗ ਵਿਦ ਦ ਸਨੇਲ ਓਵਰ ਯੂਅਰ ਹੈਡ। ਕਹਿੰਦੇ ਜਦੋਂ ਉਹਨੇ ਮੂਵ ਕਰਨਾ ਸ਼ੁਰੂ ਕਰਤਾ ਤੁਸੀਂ ਜਿਹੜੀ ਗਲਾਸ ਦੀ ਪਲੇਟ ਕੱਚ ਦੀ ਪਲੇਟ ਸੀਗੀ ਉਹਨੂੰ ਆਪਣੇ ਵੱਲ ਜੇ ਕਹਿੰਦੇ ਉਹਨੂੰ ਖਿੱਚ ਲਓ ਉਹ ਜਿਹੜੀ ਪਲੇਟ ਰੱਖੀ ਸੀਗੀ ਉਹਦੇ ਉਸ ਪਲੇਟ ਨੂੰ ਕਹਿੰਦੇ ਬਾਹਰ ਵੱਲ ਖਿੱਚ ਲਓ। ਓਬਜ਼ਰਵ ਇਟਸ ਮੂਵਮੈਂਟ ਫਰੋਮ ਬਨੀਥ। ਹੁਣ ਕਹਿੰਦੇ ਉਹਦੀ ਜਿਹੜੀ ਮੂਵਮੈਂਟ ਨੂੰ ਦੇਖੋ। ਅ ਥਿਕ ਸਟਰਕਚਰ ਐਂਡ ਦ ਹੈਡ ਦ ਥਿਕ ਸਟਰਕਚਰ ਐਂਡ ਦ ਹੈਡ ਆਫ ਦ ਸਨੇਲ may come out of an opening in the shell। ਕਹਿੰਦੇ ਇੱਕ ਕੀ ਹੋਊਗਾ ਥਿਕ ਮੋਟੀ ਸਟਰਕਚਰ ਦਿਸੂਗੀ ਸਾਨੂੰ ਜਿਹੜੀ ਹੈਡ ਤੋਂ ਕੀ ਹੋਊਗੀ ਬਾਹਰ ਆ ਰਹੀ ਹੋਊਗੀ ਓਪਨਿੰਗ ਤੋਂ ਸ਼ੈਲ ਚੋਂ ਬਾਹਰ ਆ ਰਹੀ ਹੋਊਗੀ। ਦ ਥਿਕ ਸਟਰਕਚਰ ਇਜ਼ ਇਟਸ ਫੁੱਟ ਜਿਹੜੀ ਮੋਟੀ ਸਟਰਕਚਰ ਹੋਈ ਜਿਹੜੀ ਸ਼ੈਲ ਤੋਂ ਸਭ ਤੋਂ ਪਹਿਲਾਂ ਬਾਹਰ ਨਿਕਲਦੀ ਉਹ ਕੀ ਹੁੰਦਾ ਉਹਦਾ ਪੈਰ ਹੁੰਦਾ ਸਨੇਲ ਦਾ ਮੇਡ ਅਪ ਆਫ ਸਟਰੋਂਗ ਮਸਲ ਜਿਹੜਾ ਪੈਰ ਹੁੰਦਾ ਸਟਰੋਂਗ ਮਸਲਸ ਤੋਂ ਬਣਿਆ ਹੁੰਦਾ ਗਾ। ਨੋ ਕੇਅਰਫੁਲੀ ਟਿਲਟ ਦ ਗਲਾਸ ਪਲੇਟ। ਹੁਣ ਕਹਿੰਦੇ ਉਹਨੂੰ ਥੋੜ੍ਹਾ ਜਿਹਾ ਰੱਖ ਦਿਓ ਜਿਹੜੀ ਗਲਾਸ ਦੀ ਪਲੇਟ ਸੀਗੀ। ਦ ਵੇਵੀ ਮੋਸ਼ਨ ਆਫ ਦ ਫੁੱਟ ਕੈਨ ਬੀ ਸੀਨ। ਅਸੀਂ ਕੀ ਦੇਖਾਂਗੇ ਉਹ ਵੇਵੀ ਮਤਲਬ ਜਿਵੇਂ ਵੇਵ ਮੂਵ ਕਰਦੇ ਨੇ ਰੇਸ ਮੂਵ ਕਰਦੇ ਨੇ ਉਸ ਤਰ੍ਹਾਂ ਮੂਵ ਕਰ ਰਹੀ ਹੋਊਗੀ ਜਿਹੜੀ ਸਨੇਲ ਹੋਊਗੀ। ਇਜ਼ ਦ ਮੂਵਮੈਂਟ ਆਫ ਦ ਸਨੇਲ ਸਲੋ ਔਰ ਫਾਸਟ ਐਜ਼ ਕੰਪੇਅਰ ਟੂ ਐਨ ਅਰਥਵਰਮ। ਕਹਿੰਦੇ ਜਿਹੜੀ ਅਰਥਵਰਮ ਹੈਗੀ ਉਹਦੇ ਕੰਪੈਰੀਜ਼ਨ ਸਨੇਲ ਹੈਗੀ ਉਹਦੀ ਮੂਵਮੈਂਟ ਸਲੋ ਆ ਜਾਂ ਫਾਸਟ ਆ।
ਤੁਸੀਂ ਐਕਟੀਵਿਟੀ ਕਰਕੇ ਦੇਖੋ ਜਿਹੜੀ ਮੂਵਮੈਂਟ ਹੈ ਵੀ ਉਹ ਸਲੋ ਹੋਊਗੀ ਜਾਂ ਫਾਸਟ ਹੋਊਗੀ। ਜਿਹੜੀ ਸਨੇਲ ਹੈਗੀ ਉਹ ਅਰਥਵਾਮ ਤੋਂ ਜ਼ਿਆਦਾ ਤੇਜ਼ੀ ਨਾਲ ਮੂਵ ਕਰਦੀ ਜਾਂ ਸਲੋਲੀ ਮੂਵ ਕਰਦੀ ਹੈਗੀ। ਉਸ ਤੋਂ ਗੱਲ ਕਰੀਏ ਸੀ ਕਾਕਰੋਚ ਦੀ। ਕਾਕਰੋਚ ਓਬਜ਼ਰਵ ਅ ਕਾਕਰੋਚ, ਕਹਿੰਦੇ ਕਾਕਰੋਚ ਦੇਖੋ। ਕਾਕਰੋਚ ਬਾਕ ਐਂਡ ਕਲਿੰਬ ਐਸ ਵੈਲ ਫਲਾਈ ਇਨ ਦ ਏਅਰ, ਕਿ ਜਿਹੜਾ ਕਾਕਰੋਚ ਹੁੰਦੇ ਨੇਗੇ ਉਹ ਕੀ ਕਰਦੇ ਨੇ, ਤੁਰ ਵੀ ਸਕਦੇ ਨੇਗੇ, ਕਲਿੰਬ ਵੀ ਕਰ ਸਕਦੇ ਨੇ, ਮਤਲਬ ਉੱਡ ਵੀ ਸਕਦੇ ਨੇ ਤੇ ਚੜ੍ਹ ਵੀ ਸਕਦੇ ਨੇ ਕੱਸ 'ਤੇ। ਦੇ ਹੈਵ 3 ਪੇਅਰਸ ਆਫ ਲੈਗਸ, ਉਹਨਾਂ ਦੇ ਕਿੰਨੇ 3 ਲੱਤਾਂ ਹੁੰਦੀਆਂ ਨੇਗੀਆਂ ਕਾਕਰੋਚਸ ਦੀ। ਦੀਜ਼ ਹੈਲਪ ਇਨ ਵਾਕਿੰਗ, ਇਹ ਉਹਨੂੰ ਤੁਰਨ 'ਚ ਹੈਲਪ ਕਰਦੇ ਨੇਗੀਆਂ। ਦ ਬੋਡੀ ਇਜ਼ ਕਵਰਡ ਵਿਦ ਅ ਹਾਰਡ ਆਊਟਰ ਸਕੈਲਟਨ, ਇਹਨਾਂ ਦੇ ਵੀ ਆਊਟਰ ਸਕੈਲਟਨ ਹੁੰਦਾ ਗਾ, ਬਹੁਤ ਜ਼ਿਆਦਾ ਸਖਤ ਹੁੰਦਾ ਗਾ, ਜਿਹਨਾਂ ਦੀ ਜਿਹੜੀ ਬੋਡੀ ਕਵਰ ਹੁੰਦੀ ਹੈਗੀ। ਦਿਸ ਆਊਟਰ ਸਕੈਲਟਨ ਇਜ਼ ਮੇਡ ਆਫ ਡਿਫਰੈਂਟ ਯੂਨਿਟਸ ਜੁਆਇੰਟ ਟੁਗੈਦਰ ਐਂਡ ਦੈਟ ਪਰਮਿਟਸ ਮੂਵਮੈਂਟ, ਜਿਹੜੀ ਇਹਦੀ ਆਊਟਰ ਸਕੈਲਟਨ ਹੁੰਦੀ ਹੈਗੀ ਇਹ ਕਾਫੀ ਸਾਰੀਆਂ ਜਿਹੜੀਆਂ ਡਿਫਰੈਂਟ ਯੂਨਿਟਸ ਤੋਂ ਬਣੀ ਹੁੰਦੀ ਹੈਗੀ ਅਤੇ ਇਹ ਜਿਹੜੀਆਂ ਉਹਨੂੰ ਮੂਵ ਕਰਨ 'ਚ ਹੈਲਪ ਕਰਾਉਂਦੀ ਇਹਦੀ ਆਊਟਰ ਸਕੈਲਟਨ ਕਾਕਰੋਚ ਦੀ। ਦੇਅਰ ਆਰ 2 ਪੇਅਰਸ ਹੁੰਦੇ ਨੇ ਵਿੰਗਸ ਦੀ, ਇਹਦੇ ਜਿਹੜੇ ਵਿੰਗਸ ਵੀ ਹੁੰਦੇ ਨੇ, ਇਹਨਾਂ ਦੇ ਖੰਭ ਹੁੰਦੇ ਨੇ ਜਿਹੜੇ ਅਟੈਚਡ ਹੁੰਦੇ ਨੇਗੇ ਬ੍ਰੈਸਟ ਦੇ ਨਾਲ ਉਹਨਾਂ ਦੀ। ਦ ਕਾਕਰੋਚ ਹੈਵ ਡਿਸਟਿੰਕਟ ਮਸਲਸ, ਉਹਨਾਂ ਦੇ ਵੱਖ-ਵੱਖ ਮਸਲਸ ਹੁੰਦੇ ਨੇਗੀਆਂ। ਦੋਜ਼ ਨੀਅਰ ਦ ਲੈਗ ਮੂਵ ਦ ਲੈਗਸ ਫਾਰ ਵਾਕਿੰਗ, ਜਿਹੜੀਆਂ ਤਾਂ ਲੈਗਸ ਦੇ ਨੇੜੇ ਹੁੰਦੇ ਨੇ ਉਹ ਤੁਹਾਨੂੰ ਲੈਗਸ ਦੇ ਵਿੱਚ ਮੂਵਮੈਂਟ ਦੇ ਲਈ ਹੈਲਪ ਕਰਦੇ ਨੇਗੀਆਂ। ਤਾਂ ਬ੍ਰੈਸਟ ਜਿਹੜੀ ਬ੍ਰੈਸਟ ਕੋਲ ਮਸਲਸ ਹੁੰਦੇ ਨੇ ਉਹਨੂੰ ਵਿੰਗਸ ਦੇ ਵਿੱਚ ਉੱਡਣ ਦੇ ਵਿੱਚ ਹੈਲਪ ਕਰਦੇ ਨੇਗੀਆਂ ਕਾਕਰੋਚ ਦੀ। ਜਿਹੜੇ ਹੁਣ ਕਾਕਰੋਚ ਉੱਡ ਵੀ ਸਕਦੇ ਆ ਕਿਤੇ, ਤੁਰ ਵੀ ਸਕਦੇ। ਜਿਹੜੇ ਲੈਗਸ ਕੋਲੇ ਮਸਲਸ ਹੁੰਦੇ ਨੇ ਉਹਨੂੰ ਤੁਰਨ 'ਚ ਹੈਲਪ ਕਰਦੇ ਨੇ, ਜਿਹੜੀਆਂ ਵਿੰਗਸ ਕੋਲੇ ਮਸਲਸ ਹੁੰਦੇ ਨੇਗੇ ਉਹ ਉਹਨਾਂ ਨੂੰ ਉੱਡਣ 'ਚ ਹੈਲਪ ਕਰਦੇ ਨੇਗੀਆਂ। ਇਸ ਤੋਂ ਬਾਅਦ ਹੈਗਾ ਬਰਡਸ। ਬਰਡਸ ਕਿਵੇਂ ਫਲਾਈ ਕਰਦੇ ਨੇਗੇ, ਬਰਡਸ ਫਲਾਈ ਇਨ ਦ ਏਅਰ ਐਂਡ ਵਾਕ ਔਨ ਦ ਗਰਾਊਂਡ, ਜਿਹੜੇ ਬਰਡਸ ਹੁੰਦੇ ਨੇ ਪੰਛੀ ਹੁੰਦੇ ਨੇ ਕਹਿੰਦੇ ਉਹ ਫਲਾਈ ਏਅਰ ਦੇ ਵਿੱਚ ਵੀ ਫਲਾਈ ਕਰਦੇ ਨੇ, ਉੱਡ ਸਕਦੇ ਨੇਗੇ ਅਤੇ ਤੁਰਦੇ ਵੀ ਨੇਗੇ ਗਰਾਊਂਡ ਦੇ ਉੱਤੇ। ਸਮ ਬਰਡਸ ਲਾਈਕ ਡਕਸ ਐਂਡ ਸਵੈਨਸ ਆਲਸੋ ਸਵਿਮ ਇਨ ਵਾਟਰ, ਕਹਿੰਦੇ ਕਈ ਬਰਡਸ ਇੱਦਾਂ ਦੇ ਵੀ ਹੁੰਦੇ ਨੇਗੇ ਜਿਹੜੇ ਕੀ ਕਰਦੇ ਨੇ, ਜਿਵੇਂ ਡਕਸ ਹੋ ਗਈਆਂ ਜਾਂ ਸਵੈਨ ਹੋ ਗਈ, ਇਹ ਕੀ ਕਰਦੇ ਨੇ ਸਵਿਮ ਕਰਦੇ ਨੇ, ਤੈਰਦੇ ਵੀ ਨੇ ਵਾਟਰ ਦੇ ਉੱਪਰ। ਦ ਬਰਡਸ ਕੈਨ ਫਲਾਈ ਬਿਕੋਜ਼ ਦੇਅਰ ਬੋਡੀਜ਼ ਆਰ ਵੈਲ ਸੁਟਡ ਫਾਰ ਫਲਾਈਂਗ, ਕਿਉਂਕਿ ਜਿਹੜੇ ਕਹਿੰਦੇ ਬਰਡਸ ਹੁੰਦੇ ਨੇ ਫਲਾਈ ਕਰ ਸਕਦੇ ਨੇ, ਉੱਡ ਸਕਦੇ ਨੇ, ਕਿਉਂਕਿ ਜਿਹੜੀ ਉਹਨਾਂ ਦੀ ਬੋਡੀ ਹੁੰਦੀ ਹੈ ਉਹ ਅਨੁਕੂਲ ਹੁੰਦੀ ਹੈਗੀ ਉੱਡਣ ਦੀ। ਦੇਅਰ ਬੋਨਸ ਆਰ ਹੈਲੋ ਐਂਡ ਲਾਈਟ, ਕਿਉਂਕਿ ਜਿਹੜੀਆਂ ਉਹਨਾਂ ਵਿੱਚ ਬੋਨਸ ਹੁੰਦੀਆਂ ਨੇਗੀਆਂ ਇਹਨਾਂ ਦੇ ਬਰਡਸ ਦੇ ਵਿੱਚ ਉਹ ਕੀ ਹੁੰਦੇ ਨੇ ਹੋਲੋ ਹੁੰਦੇ ਨੇ, ਖੋਖਲੀਆਂ ਹੁੰਦੀਆਂ ਨੇਗੀਆਂ। ਜਿਹੜੀਆਂ ਸਾਡੀਆਂ ਬੋਨਸ ਹੁੰਦੀਆਂ ਨੇਗੀਆਂ ਉਹ ਕੀ ਹੁੰਦੀਆਂ ਨੇ ਹੈਵੀ ਹੁੰਦੀਆਂ ਨੇਗੀਆਂ, ਭਾਰੀ ਹੁੰਦੇ, ਇਸ ਕਰਕੇ ਹੈ ਨਾ ਅਸੀਂ ਮਤਲਬ ਉੱਪਰ ਉੱਡ ਨਹੀਂ ਸਕਦੇਗੇ। ਪਰ ਜਿਹੜੇ ਹੁਣ ਇੰਨੇ ਉਹ ਹੁੰਦੇ ਨੇਗੇ ਬਰਡਸ ਹੁੰਦੇ ਨੇ ਉਹ ਛੋਟੇ ਵੀ ਹੁੰਦੇ ਨੇ ਅਤੇ ਉਹਨਾਂ ਜਿਹੜੀਆਂ ਬੋਨਸ ਹੁੰਦੇ ਨੇ ਉਹ ਵੀ ਕੀ ਹੁੰਦੇ ਨੇ ਹੋਲੋ ਹੁੰਦੀਆਂ ਨੇ, ਤਾਂ ਕਰਕੇ ਉਹ ਈਜ਼ਲੀ ਉੱਡ ਸਕਦੇ ਨੇਗੇ। ਦ ਬੋਨਸ ਆਫ ਦ ਹਿੰਡ ਲਿੰਬਸ ਆਰ ਟਿਪਿਕਲੀ ਫਾਰ ਵਾਕਿੰਗ ਐਂਡ ਪਰਚਿੰਗ, ਕਹਿੰਦੇ ਜਿਹੜੀਆਂ ਉਹਦੇ ਪਿਛਲੇ ਪੈਰ ਹੁੰਦੇ ਨੇਗੇ ਉਹਨਾਂ ਦੇ ਜਿਹੜੀਆਂ ਬੋਨਸ ਹੁੰਦੀਆਂ ਨੇਗੀਆਂ ਉਹ ਤਾਂ ਉਹਨਾਂ ਨੂੰ ਤੁਰਨ ਦੇ ਵਿੱਚ ਅਤੇ ਬੈਠਣ 'ਚ ਹੈਲਪ ਕਰਦੇ ਨੇਗੀਆਂ। ਦ ਬੋਨੀ ਪਾਰਟ ਆਫ 4 ਲਿੰਬਸ, ਜਿਹੜੇ ਉਹਦੇ ਅਗਲੇ ਪੈਰ ਦੀਆਂ ਅਗਲੇ ਲੱਤਾਂ ਦੀਆਂ ਜਿਹੜੀਆਂ ਬੋਨਸ ਹੁੰਦੀਆਂ ਨੇਗੀਆਂ ਆਰ ਮੋਡੀਫਾਈਡ ਐਜ਼ ਵਿੰਗਸ, ਉਹਨਾਂ ਨੂੰ ਵਿੰਗਸ ਦੇ ਵਿੱਚ ਕਨਵਰਟ ਕੀਤਾ ਜਾਂਦਾ ਕਿ ਉਹ ਵਿੰਗਸ ਦੇ ਰੂਪ ਲੈ ਲੈਂਦੇ ਨੇ ਜਿਹੜੀਆਂ ਅਗਲੀਆਂ ਲੱਤਾਂ ਹੁੰਦੀਆਂ ਨੇ ਉਹਨਾਂ ਦੀਆਂ। ਦ ਸ਼ੋਲਜਰ ਬੋਨਸ ਆਰ ਸਟਰੋਂਗ, ਜਿਹੜੇ ਉਹਨਾਂ ਦੇ ਸ਼ੋਲਜਰ ਵਾਲੀਆਂ ਬੋਨਸ ਹੁੰਦੀਆਂ ਨੇ, ਮੋਢੇ ਦੀਆਂ ਬੋਨਸ ਨੇ ਕਾਫੀ ਜ਼ਿਆਦਾ ਸਟਰੋਂਗ ਹੁੰਦੀਆਂ ਨੇਗੀਆਂ। ਜਿਵੇਂ ਫਿਗਰ ਦੇ ਸਕੈਲਟਨ ਵੀ ਦਿੱਤਾ ਗਿਆ ਗਾ ਉਹਦਾ ਵੀ ਉਹਦਾ ਬਰਡ ਦਾ, ਕਿਸੇ ਬਰਡ ਦਾ ਸਕੈਲਟਨ ਹੈਗਾ ਵੀ ਇਸ ਤਰ੍ਹਾਂ ਜਿਵੇਂ ਆਪਣਾ ਸਕੈਲਟਨ ਸੀ ਉਸ ਤਰ੍ਹਾਂ ਬਰਡਸ ਦਾ ਸਕੈਲਟਨ ਹੈਗਾ, ਉਹਦੇ ਦਿਖਾਇਆ ਗਿਆ ਇਹਦੀ ਇਨਰ ਸਕੈਲਟਨ ਹੁੰਦਾ ਜਿਵੇਂ ਆਪਣੇ ਇਨਰ ਸਕੈਲਟਨ ਹੈਗਾ। The breast bones are modified to hold muscles of flight which are used to move the wings up and down, ਜਿਹੜੀਆਂ ਉਹਦੀ ਬ੍ਰੈਸਟ ਦੀਆਂ ਮਸਲਸ ਹੁੰਦੀਆਂ ਨੇਗੀਆਂ ਇਹ ਵੀ ਉਹਦੇ ਨਾਲ ਜੁੜੀਆਂ ਹੁੰਦੀਆਂ ਨੇਗੀਆਂ ਵਿੰਗਸ ਦੇ ਨਾਲ, ਜਿਹੜੀਆਂ ਕਿ ਉਹਦੀ ਮੂਵ ਕਰਨ ਦੇ ਵਿੱਚ ਹੈਲਪ ਕਰਦੀਆਂ ਨੇਗੀਆਂ। ਉਸ ਤੋਂ ਬਾਅਦ ਕਿ ਫਿਸ਼ ਕਿਵੇਂ ਮੂਵ ਕਰਦੀ ਹੈਗੀ, ਉਸ ਤੋਂ ਅਸੀਂ ਫਿਸ਼, ਸਨੇਕ, ਜਿਹੜਾ ਆਪਣੀ ਅਗਲਾ ਟੌਪਿਕ ਹੈ ਸਨੇਕ, ਅਸੀਂ ਜਿਹੜਾ ਉਹਨੂੰ ਨੈਕਸਟ ਵੀਡੀਓ 'ਚ ਕੰਟੀਨਿਊ ਕਰਦੇ ਹਾਂ। ਜਿਹੜੀ ਫਿਸ਼ ਆ ਸਾਡੀ ਉਹ ਕਿਵੇਂ ਮੂਵ ਕਰਦੀ ਹੈਗੀ, ਜਿਹੜੀ ਸਾਡੀ ਸਨੇਕ ਆ ਉਹ ਕਿਵੇਂ ਮੂਵ ਕਰਦੇ ਹੈਗੇ, ਅਸੀਂ ਉਹਨੂੰ ਅਗਲੀ ਵੀਡੀਓ 'ਚ ਸਟਾਰਟ ਕਰ ਦੇਂਗੇ। ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਜੀ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ।